जी आਇਆਂ ਨੂੰ ਪਿਆਰੇ ਵਿਦਿਆਰਥੀਓ 8th ਕਲਾਸ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 4 ਐਡਜੈਕਟਿਵਸ ਉਸ ਦੀਆਂ ਅਗਲੀਆਂ ਦੋ ਅਤੇ ਆਖਰੀ ਐਕਸਰਸਾਈਜ਼ਸ 4 ਐਂਡ 5 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ, ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ ਅਤੇ ਮਗਰੋਂ ਦੀ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਅਤੇ ਆਪਣੇ ਆਨਸਰਸ ਦਾ ਮਿਲਾਨ ਕਰੋ। ਸੋ ਆਓ ਦੇਖੀਏ ਅਗਲੀ ਐਕਸਰਸਾਈਜ਼ਸ। ਸੋ ਐਕਸਰਸਾਈਜ਼ 4 ਦਾ ਪਾਰਟ ਇਹ ਹੈਗਾ ਬੱਚਿਓ, ਪੁੱਟ ਦੀ ਕਰੈਕਟ ਵਰਡ ਇਨ ਦੀ ਬਲੈਂਕ ਸਪੇਸਿਸ। ਅੱਗੇ ਵਧਣ ਤੋਂ ਪਹਿਲੇ ਦੱਸਦਾ ਬੱਚਿਓ, ਇਸੀ ਚੈਨਲ ਦੇ ਉੱਤੇ 8th ਕਲਾਸ ਨਾਲ ਜੁੜੀਆਂ 4 ਪਲੇਲਿਸਟਾਂ ਹੋਰ ਹਨ। 8th ਇੰਗਲਿਸ਼, ਜਿਸ 'ਚ ਮਾਈ ਇੰਗਲਿਸ਼ ਕੰਪੈਨੀਅਨ ਦੀ ਕਿਤਾਬ ਹੱਲ ਕਰਕੇ ਪਾਈ ਗਈ ਹੈ। ਦੂਜੀ ਪਲੇਲਿਸਟ ਹੈ 8th ਸਾਇੰਸ, ਜਿਹਦੇ ਵਿੱਚ ਸਾਇੰਸ ਦੀ ਬੁੱਕ ਤੇ ਨੋਟਸ ਅਤੇ ਐਕਸਰਸਾਈਜ਼ਸ ਹੱਲ ਕੀਤੀਆਂ ਗਈਆਂ ਹਨ। ਤੀਸਰੀ ਪਲੇਲਿਸਟ ਹੈ 8th ਮੈਥ, ਜਿਹਦੇ ਵਿੱਚ ਤੁਹਾਡੀ ਮੈਥ ਦੀ ਕਿਤਾਬ ਦੇ ਸਾਰੇ ਸਵਾਲ ਹੱਲ ਕਰਕੇ ਸਮਝਾ ਕੇ ਪਾਏ ਗਏ ਨੇ। ਤੇ ਚੌਥੀ ਹੈ 8th ਮੈਥ ਨੋਟਸ, ਜਿਹਦੇ ਵਿੱਚ ਮੈਥ ਦੇ ਜਿਹੜੇ ਕਨਸੈਪਟ ਨੇ, ਸਿਧਾਂਤ ਨੇ, ਉਹਨਾਂ ਨੂੰ ਸਮਝਾਇਆ ਗਿਆ। ਸੋ ਉਹਨਾਂ ਵੀਡੀਓਜ਼ ਨੂੰ ਵੀ ਇਹਨਾਂ ਪਲੇਲਿਸਟਾਂ ਤੇ ਜਾ ਕੇ ਜ਼ਰੂਰ ਦੇਖੋ। ਸੋ ਆ ਦੇਖੀਏ ਹੁਣ, ਸੋ ਹੀ ਕੇਮ ਲੇਟਰ ਦੈਨ ਸ਼ਾਮ। ਜਿਹੜਾ ਲੇਟਰ ਸ਼ਬਦ ਹੈ ਉਹ ਟਾਈਮ ਨੂੰ ਰੈਫਰ ਕਰਦਾ ਹੈ, ਸਮੇਂ ਦੇ ਨਾਲ ਜੁੜਿਆ ਹੁੰਦਾ ਹੈ। ਤੇ ਲੈਟਰ ਜਿਹੜਾ ਹੈ ਉਹ ਥਾਂ ਦੇ ਨਾਲ ਜੁੜਿਆ ਹੁੰਦਾ ਹੈ। ਸੋ ਲੇਟਰ ਮੈਨੇ ਮਤਲਬ ਕਿ ਉਹ ਲੇਟ ਆਇਆ, ਅਰਥਾਤ ਸ਼ਾਮ ਪਹਿਲਾਂ ਆ ਗਿਆ, ਤੇ ਹੀ ਜਿਹੜਾ ਬੰਦਾ ਉਹ ਹੈਗਾ ਉਹ ਸ਼ਾਮ ਤੋਂ ਮਗਰੋਂ ਆਇਆ। ਹੀ ਕੇਮ ਲੇਟਰ ਦੈਨ ਸ਼ਾਮ। ਸੋ ਜਦੋਂ ਇਹਦਾ ਟਾਈਮ ਦੀ ਗੱਲ ਦੱਸਣੀ ਹੋਵੇ ਕਿ ਜਿੱਦਾਂ ਉਹ 2 ਵਜੇ ਆ ਗਿਆ ਸੀਗਾ ਤੇ ਇਹ 2:30 ਵਜੇ ਆਇਆ, ਮਤਲਬ ਲੇਟ ਆਇਆ ਨਾ ਅੱਧਾ ਘੰਟਾ। ਸੋ ਹੀ ਕੇਮ ਲੇਟਰ ਦੈਨ ਸ਼ਾਮ। ਲੈਟਰ ਜਿਹੜਾ ਹੁੰਦਾ ਹੈ ਉਹ ਅੱਗੇ ਖੜਾ ਹੈ ਜਾਂ ਪਿੱਛੇ ਖੜਾ ਹੈ, ਪੋਜੀਸ਼ਨ ਜਿਹੜੀ ਹੁੰਦੀ ਹੈ ਉਹਦੇ ਹਿਸਾਬ ਨਾਲ ਹੁੰਦਾ ਹੈ। ਦੀ ਲਾਸਟ ਟ੍ਰੇਨ ਲੀਵਸ ਦੀ ਸਟੇਸ਼ਨ ਐਟ 11 PM, ਅਰਥਾਤ ਹੁਣ ਲਾਸਟ ਕੀ ਹੈ ਬੱਚਿਓ, ਇਹ ਸੁਪਰਲੇਟਿਵ ਐਡਜੈਕਟਿਵ ਹੈਗਾ, ਲੇਟ, ਲੇਟਰ, ਲੇਟ, ਲੈਟਰ, ਲਾਸਟ। ਠੀਕ ਹੈ। ਸੋ ਦੀ ਲਾਸਟ ਟ੍ਰੇਨ ਮੀਨਸ ਇਸ ਕਰਕੇ ਕਿਉਂਕਿ ਇਹ ਸੁਪਰਲੇਟਿਵ ਆਪਣਾ ਸੁਪਰਲੇਟਿਵ ਐਡਜੈਕਟਿਵ ਹੈਗਾ, ਇਸ ਕਰਕੇ ਇਹਦੇ ਮੁਰੇ ਦੀ ਆਇਆ। ਸੋ ਇਹ ਨਿਸ਼ਾਨੀ ਹੈ ਸਰ। ਸੋ ਜਿੱਥੇ ਦੀ ਹੈ ਤੇ ਇਹਦਾ ਮਤਲਬ ਵੀ ਚਾਂਸ ਹੈਗਾ ਕਿ ਇੱਥੇ ਸੁਪਰਲੇਟਿਵ ਐਡਜੈਕਟਿਵ ਆਏਗਾ। ਠੀਕ ਹੈ। ਸੋ ਲੇਟਰ ਜਿਹੜਾ ਹੈਗਾ ਇਹ ਤੇ ਕੰਪੈਰੇਟਿਵ ਹੈਗਾ। ਸੋ ਲਾਸਟ ਹੈਗਾ, ਦੀ ਲਾਸਟ ਟ੍ਰੇਨ ਲੀਵਸ ਦੀ ਸਟੇਸ਼ਨ ਐਟ 11 PM, ਅਰਥਾਤ ਅਖੀਰਲੀ ਟ੍ਰੇਨ, ਅੰਤਲੀ ਟ੍ਰੇਨ ਜਿਹੜੀ ਸਭ ਤੋਂ ਮਗਰਲੀ ਹੈ ਉਹ ਰਾਤੀ 11 ਵਜੇ ਛੁੱਟਦੀ ਹੈ ਸਟੇਸ਼ਨ ਤੋਂ। ਠੀਕ ਹੈ। ਵਟ ਇਜ਼ ਦੀ ਲੇਟੈਸਟ ਨਿਊਜ਼। ਹੁਣ ਜਿਹੜਾ ਲੇਟੈਸਟ ਹੈ ਬੱਚਿਓ ਇਹ ਵੀ ਸਮੇਂ ਨੂੰ ਰੈਫਰ ਕਰਦਾ ਹੈ, ਅਰਥਾਤ ਤਾਜ਼ੇ, ਹੁਣ ਦੇ ਨਿਊਜ਼ ਕਿਹੜੀ ਨੇ। ਹੁਣ ਦੇ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਵੀ ਹਾਂਜੀ ਤਾਜ਼ਾ ਖਬਰ ਕਿਹੜੀ ਹੈਗੀ ਹੈ, ਜਾਂ ਸਭ ਤੋਂ ਤਾਜ਼ੀ ਸਮਾਚਾਰ ਕੀ ਹੈਗਾ। ਸੋ ਅੰਗਰੇਜ਼ੀ 'ਚ ਕਹਿੰਦੇ ਵਟ ਇਜ਼ ਦੀ ਲੇਟੈਸਟ ਨਿਊਜ਼। ਲਾਸਟ ਜਿਹੜਾ ਹੈਗਾ ਉਹ ਤੇ ਮਤਲਬ ਕਿ ਜਿੱਦਾਂ ਸਮੇਂ ਨਾਲ ਜੁੜਿਆ ਹੋਇਆ ਹੈ, ਪੋਜੀਸ਼ਨ ਦੇ ਨਾਲ ਜੁੜਿਆ ਹੋਇਆ, ਪੋਜੀਸ਼ਨ ਦੇ। ਤੇ ਲੇਟੈਸਟ ਜਿਹੜਾ ਹੈ ਉਹ ਸਮੇਂ ਦੇ ਨਾਲ ਜੁੜਿਆ ਹੋਇਆ। ਠੀਕ ਹੈ ਵੀ ਹੁਣ ਦਾ ਜਿਹੜਾ ਸਮਾਂ, ਲੇਟੈਸਟ ਜਿਹੜਾ ਹੈ, ਅਖੀਰਲਾ ਨਿਊਜ਼ ਜਿਹੜਾ ਹੈ ਉਹ ਕਿਹੜਾ। ਆਈ ਮੈਟ ਸ਼ੀਲਾ ਐਂਡ ਰੀਟਾ ਯੈਸਟਰਡੇ, ਮੈਂ ਸ਼ੀਲਾ ਅਤੇ ਰੀਟਾ ਨੂੰ ਕੱਲ ਮਿਲਿਆ। ਦੀ ਫਾਰਮਰ, ਫਾਰਮਰ ਦੇ ਵਿੱਚ ਜਦ ਦੋ ਬੰਦਿਆਂ ਦੇ ਨਾਂ ਨੇ, ਦੋ ਬੀਵੀਆਂ ਦੇ ਨਾਮ ਨੇ, ਇੱਕ ਸ਼ੀਲਾ ਹੈ ਇੱਕ ਰੀਟਾ ਹੈ। ਹੁਣ ਜਿਹੜਾ ਨਾਂ ਪਹਿਲੇ ਆਏਗਾ ਉਹਨੂੰ ਕਿਹਾ ਜਾਂਦਾ ਫਾਰਮਰ, ਤੇ ਜਿਹੜੀ ਪੋਜੀਸ਼ਨ ਇੱਥੇ ਹੈਗੀ ਹੈ ਦੂਜੇ ਨੰਬਰ ਤੇ ਉਹਨੂੰ ਕਿਹਾ ਜਾਏਗਾ ਲੈਟਰ। ਹੁਣ ਦੇਖੋ ਪੋਜੀਸ਼ਨ ਹੈ ਨਾ ਵੀ ਨਾਂ ਪਹਿਲੇ ਕਿਹੜਾ ਲਿਖਿਆ ਗਿਆ, ਫਾਰਮਰ ਸ਼ੀਲਾ ਹੈ ਤੇ ਰੀਟਾ ਲੈਟਰ ਹੈ ਕਿਉਂਕਿ ਉਹ ਬਾਅਦ ਚੋਂ ਲਿਖੀ ਗਈ ਹੈ। ਦੀ ਫਾਰਮਰ ਪ੍ਰੋਮਿਸਡ ਟੂ ਕਮ ਟੂ ਦੀ ਪਾਰਟੀ। ਫਾਰਮਰ ਕੌਣ ਹੋਇਆ, ਸ਼ੀਲਾ, ਅਰਥਾਤ ਸ਼ੀਲਾ ਨੇ ਜਿਹੜੀ ਆਪਣੀ ਮਹਿਫਿਲ ਹੈਗੀ ਹੈ, ਪਾਰਟੀ ਹੈ, ਉੱਥੇ ਆਉਣ ਦਾ ਵਾਅਦਾ ਕੀਤਾ। ਬਟ ਪਰ ਰੀਟਾ ਦੀ ਲੈਟਰ ਮੈਨੇ ਜਿਹੜੀ ਦੂਜੇ ਨੰਬਰ ਤੇ ਰੀਟਾ ਨੇ ਗੇਵ ਆ ਫਲੈਟ ਰਿਫਿਊਜ਼ਲ। ਰਿਫਿਊਜ਼ਲ ਮੈਨੇ ਹੁੰਦਾ ਇਨਕਾਰ, ਨਾ, ਤੇ ਫਲੈਟ ਦਾ ਮਤਲਬ ਹੁੰਦਾ ਕੋਰਾ। ਸੋ ਫਲੈਟ ਰਿਫਿਊਜ਼ਲ ਹੁੰਦਾ ਬੱਚਿਓ ਕੋਰੀ ਨਾ ਕਰ ਦਿੱਤੀ। ਗੇਵ ਆ ਫਲੈਟ ਰਿਫਿਊਜ਼ਲ, ਉਹਨੂੰ ਯਾਦ ਰੱਖ ਲਓ ਤੁਸੀਂ। ਫਲੈਟ ਰਿਫਿਊਜ਼ਲ ਇੱਕ ਕਿਸਮ ਦਾ ਐਕਸਪ੍ਰੈਸ਼ਨ ਹੈਗਾ, ਇੱਕ ਕਿਸਮ ਦਾ ਫਰੇਜ਼ ਹੈਗਾ, ਤੇ ਤੁਹਾਨੂੰ ਯੂਜ਼ ਮਤਲਬ ਕਿ ਵਰਤੋਂ ਵਿੱਚ ਹੈ, ਆਮ ਆਉਂਦਾ। ਹੀ ਗੇਵ ਮੀ ਆ ਫਲੈਟ ਰਿਫਿਊਜ਼ਲ, ਅਰਥਾਤ ਉਹਨੇ ਮੈਨੂੰ ਕੋਰੀ ਨਾ ਕਰ ਦਿੱਤੀ। ਤੇ ਜਾਂ ਫਿਰ ਅਸੀਂ ਇਹ ਵੀ ਕਹਦਾ ਉਹਨੇ ਕੋਰਾ, ਇਹਨੂੰ ਹੋਰ ਢੰਗ ਨਾਲ ਵੀ ਕਹਿ ਸਕਦੇ ਹਾਂ, ਹੀ ਰਿਫਿਊਜ਼ਡ ਮੀ ਫਲੈਟਲੀ। ਹੀ ਰਿਫਿਊਜ਼ਡ ਮੀ ਫਲੈਟਲੀ, ਉਹਨੇ ਕੋਰੀ ਨਾ ਕਰ ਦਿੱਤੀ, ਜਾਂ ਫਲੈਟ ਰਿਫਿਊਜ਼ਲ, ਯਾਦ ਰੱਖ ਲੈਣਾ। ਠੀਕ ਹੈ। ਫਿਰ ਰਾਮ ਇਜ਼ ਓਲਡਰ ਦੈਨ ਹਰੀ। ਐਲਡਰ ਜਿਹੜਾ ਸ਼ਬਦ ਹੈ ਉਹ ਪਰਿਵਾਰ ਦੇ ਜਿਹੜੇ ਭੈਣ ਭਰਾ ਨੇ, ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਇੱਕੋ ਪਰਿਵਾਰ ਦੇ, ਉਹਨਾਂ ਦੇ ਵਿੱਚ ਵਰਤਿਆ ਜਾਂਦਾ ਹੈ। ਪਰ ਆਮ ਦੂਜਿਆਂ ਲਈ ਅਸੀਂ ਓਲਡਰ ਵਰਤਦੇ ਹਾਂ। ਇੱਥੇ ਓਲਡਰ ਮਤਲਬ ਕਿ ਉਮਰ ਦਾ ਤਕਾਜ਼ਾ, ਜਿੱਥੇ ਉਮਰ ਦੀ ਗੱਲ ਹੈਗੀ ਹੈ। ਰਾਮ ਇਜ਼ ਓਲਡਰ ਦੈਨ ਹਰੀ, ਅਰਥਾਤ ਰਾਮ ਹਰੀ ਨਾਲੋਂ ਉਮਰ ਵਿੱਚ ਵੱਡਾ ਹੈ। ਫਿਰ ਅੱਗੇ ਚਲੀ, ਹੀ ਇਜ਼ ਦੀ
एल्डेस्ट क्योंकि दी हैगा सो इत्थे सुपरलेटिव आएगा, एल्डेस्ट मैंबर ऑफ द फैमिली क्योंकि परिवार की गल हैगी है सो ओल्डेस्ट नहीं आएगा एल्डेस्ट आएगा, अर्थात वो परिवार का सब तो वड्डा उम्र विच मैंबर है। फिर अगर दी एल्डर ब्रदर कंट्रोल्स दी इंटायर बिजनेस, जिथे बच्चों एल्डर दे नाल कदी भी दैन नहीं आता, THAN नहीं आता। दी एल्डर ब्रदर बने दो भरा ने मतलब, ठीक है। दी एल्डर ब्रदर कंट्रोल्स दी इंटायर बिजनेस, अर्थात जिहड़ा वड्डा भरा है उन्हें सारे बिजनेस नूं संभिया होया है। फिर डेलीज फारदर फ्रॉम लुधियाना दैन अंबाला, फारदर का मतलब होंदा दूरी, जिथे दूरी की गल होवे, फार मैंने दूर, फारदर मैंने ज़्यादा दूर, फारदेस्ट मैंने सब तो दूर। सो डेली इज फारदर दैन फ्रॉम लुधियाना दैन, देखो जो दैन आ गया ना तो सुपरलेटिव आएगा, है याद रखना। फर्दर नहीं आएगा, फर्दर का मतलब होंदा एडिशनल, एक्सट्रा, वाधू। तो इत्थे ते डिस्टेंस की गल हैगी है कि दिल्ली इज फारदर फ्रॉम लुधियाना दैन अंबाला, अर्थात जी दिल्ली है वो अंबाले नालों लुधियाने तो ज़्यादा दूर है, ठीक है। यू आर नॉट गोइंग टू गेट एनी फर्दर, फर्दर का इत्थे मतलब हो गया होर, एक्सट्रा, एडिशनल, वाधू, हैल्प फ्रॉम अस, अर्थात तैनू हुण साडे कोलों कोई होर वाधू एक्सट्रा मदद नहीं मिल सकती, ठीक है। यू आर नॉट गोइंग टू गेट, तैनू हुण नहीं मिलेगी, ठीक है। फिर हिस्टरी इज लैस डिफिकल्ट दैन मैथमैटिक्स, लैस क्वांटिटी लिए यूज होंदा है तो फ्यूअर जिहड़ा गिनती, जिथे गिणनयोग गल्लां होण। हुण जिहड़ी है हिस्टरी है यह कोई गिणनयोग चीज़ तो है नहीं, यह तो विशा है कोई इनू गिणिया नहीं जा सकता हिस्टरी नूं, ठीक है। क्वांटिटी है या एब्सट्रैक्ट नाउन है। सो हिस्टरी इज लैस डिफिकल्ट दैन मैथमैटिक्स, अर्थात हिस्टरी गणित नालों घट औखी है। फिर अगला आ गया 11वां, फ्यूअर बॉयज। हुण बॉयज देखो इन्हां दी गिनती की जा सकती है, गिणनयोग नाउन हैगा, काउंटेबल नाउन हैगा, इस करके फ्यूअर आएगा, लैस नहीं आएगा। जिथे क्वांटिटी होवे मतलब कि जिहड़ी चीज़ गिणी ना जा सके उत्थे लैस वरतदे हां, जिहड़ी चीज़ गिणी जा सके उत्थे फ्यूअर वरतदे हां। ते फ्यूअर बॉयज अटेंडेड दी मीटिंग दिस टाइम, अर्थात इस वारी मीटिंग विच घट न्याणे घट मुंडे आए, अर्थात आम ज़्यादा आंदे ने, ऐतकी दी मीटिंग विच मुंडे घट आए। दीज चेयर्स कॉस्ट 60 रुपीज़ ईच, अर्थात यह जिहड़ियां कुर्सियां ने इन्हां हर एक कुर्सी 60 रुपए की है। एवरी नहीं वरतांगे क्योंकि एक ग्रुप हैगा ना, जिहड़ियां कुर्सियां वाल इशारा किया जा रहा, कुर्सियां तो होर बहुत सारियां। जिहड़ा एवरी वर्ड है एवरी इनडेफिनिट, जिथे ग्रुप का पता ना हो, बहुत विशाल ग्रुप हो उत्थे वरत्या जाता है। तो ईच जिहड़ा है दो या दो तो ज़्यादा, तो ग्रुप सीमित होवे, तो इत्थे किसी दुकान की गल हो रही है या जिथे चेयर्स पईयां सामने वो गल हो रही है। सो दीज चेयर्स कॉस्ट 60 रुपीज़ ईच। कोई गाहक पुछदा कहते भाजी यह जिहड़ियां कुर्सियां ने यह सारियां 60-60 रुपए की एक कुर्सी है। फिर एवरी मैन लव्स हिम, इत्थे हुण एवरी मैंने इनडेफिनिट है, जनरल गल हो रही है, बहुत सारे बंदे ने सारे प्यार करते हैं, लेकिन एवरी मैन लव्स हिम, उसनों हर कोई आदमी प्यार करता है। हिज डेज आर नंबर्ड, अर्थात ਉਹਦੀ ਜ਼ਿੰਦਗੀ ਦੇ ਦਿਨ ਜਿਹੜੇ ਨੇ ਉਹ ਗਿਣਤੀ ਦੇ ਨੇ, ਅਰਥਾਤ ਮੌਤ ਉਹਦੇ ਨੇੜੇ ਹੈ। ਹਿਸ ਡੇਜ਼ ਆਰ ਨੰਬਰਡ, ਤਾਂ ਅਸੀਂ ਕਹਿੰਦੇ ਹਿਸ ਡੇਜ਼ ਆਰ ਨੰਬਰਡ ਵੀ ਤੇਰੇ ਦਿਨ ਹੁਣ ਗਿਣਤੀ ਦੇ ਨੇ, ਇਹਦੇ ਦਿਨ ਗਿਣਤੀ ਦੇ ਨੇ, ਅਰਥਾਤ ਮੌਤ ਤੇਰੇ ਨੇੜੇ ਹੈ। ਹੀ ਹੈਜ਼ ਲਿਟਲ ਹੋਪ, ਜਦੋਂ ਇਹ ਲਿਟਲ ਵਰਤਿਆ ਜਾਵੇ, ਇਹ ਨਾ ਵਰਤਿਆ ਜਾਵੇ ਇਕੱਲਾ ਲਿਟਲ ਵਰਤਿਆ ਜਾਵੇ, ਇਹ ਨੈਗੇਟਿਵ ਸੈਂਸ ਵਿੱਚ, ਪੈਸੀਮਿਸਟਿਕ ਜਿੱਥੇ ਆਸ ਨਾ ਹੋਵੇ, ਨੈਗੇਟਿਵ ਸੈਂਸ ਵਿੱਚ ਵਰਤਿਆ ਜਾਂਦਾ। ਹੀ ਹੈਜ਼ ਲਿਟਲ ਹੋਪ टू सर्वाइव, सर्वाइव जींदे रहने की, अर्थात ਉਹਦੇ जींदे रहने की हो आस ना मात्र है। ना मात्र जिहड़े मतलब कि ना पक्षी पक्षों असी लिटल वरतते हैं, ठीक है। ये लिटल जिहड़ा है वो हाँ पक्षी नहीं भी कुछ आस है, पर इत्थे क्योंकि कह रहे हिज डेज आर नंबर्ड, ਉਹਦੇ दिन गिनती दे ने, ही हैज़ लिटल होप टू सर्वाइव, ਉਹਦੀ जींदे रहने की आस ना मात्र है। ਹੁਣ देखो आ लिटल एफर्ट ऑन योर पार्ट विल हेल्प मी अलॉट, ऑन योर पार्ट तेरे वल्लों, आ लिटल एफर्ट थोड़ी बहुत मदद, थोड़ा बहुत उद्यम, थोड़ी बहुत कोशिश तेरे वल्लों विल हेल्प मी अलॉट, मेरी बहुत ज़्यादा मदद करेगी, अर्थात जो थोड़ी बहुत तू मदद करेगा ਉਹਦੇ ਨਾਲ भी मेरा बड़ा कुछ सर जाएगा। सो अ लिटल एफर्ट ऑन योर पार्ट, ऑन योर पार्ट ਦਾ तेरे वल्लों किया गया थोड़ा भी जड़ा उद्यम है, कोशिश है, विल हेल्प मी मेरी मदद करेगा, अलॉट बहुत हद तक मदद करेगा। फिर आ गया पार्ट बी, यू शुड नॉट हेजिटेट। हेजिटेट अंदर ना हिचकचाना, यक्को तक्की करना,
ठीक है। यू शुड नॉट हेजिटेट फ्रॉम डूइंग दी लिटल यू कैन। दी लिटल ਤਾਂ ਆਂਦਾ ਹੈ ਜੋ ਥੋੜਾ ਬਹੁਤ ਹੈ ਉਹ ਸਾਰੇ ਦਾ ਸਾਰਾ, ਤੇ ਉਹਦੇ ਨਾਲ ਜਿੱਦਾਂ ਕੋਈ ਜਿੱਦਾਂ ਯੂ ਕੈਨ, ਠੀਕ ਹੈ ਨਾ, ਇਹ ਜੋ ਯੂ ਪੋਜੈਸ ਵਿਦਿਨ ਯੂਅਰ ਲਿਮਿਟਸ, ਅਰਥਾਤ ਜਿੰਨਾ ਤੂੰ ਥੋੜਾ ਬਹੁਤ ਕਰ ਸਕਦਾ ਹੈ ਉਹ ਕਰਨ ਲਈ ਤੈਨੂੰ ਝਿਜਕਣਾ ਨਹੀਂ ਚਾਹੀਦਾ। ਯੂ ਸ਼ੁਡ ਨੋਟ ਹੈਜ਼ੀਟੇਟ ਫਰੋਮ ਡੂਇੰਗ ਦੀ ਲਿਟਲ ਯੂ ਕੈਨ, ਅਰਥਾਤ ਜਿੰਨੀ ਤੇਰੀ ਸਮਰੱਥਾ ਹੈ ਉਸ ਸਮਰੱਥਾ ਦੇ ਹਿਸਾਬ ਨਾਲ ਜਿੰਨਾ ਥੋੜਾ ਬਹੁਤ ਤੂੰ ਕਰ ਸਕਦਾ ਹੈ ਉਹ ਤੋਂ ਝਿਜਕਣਾ, ਉਹਨੂੰ ਉਹ ਤੋਂ ਝਿਜਕਣਾ ਨਹੀਂ ਚਾਹੀਦਾ। ਮੋਹਨ ਗੇਵ ਮੀ ਸਮ ਮਿਲਕ। ਸੋ ਜਦੋਂ ਐਫਰਮੇਟਿਵ ਹੋਵੇ, ਐਫਰਮੇਟਿਵ ਹਾਂ ਪੱਖੀ, ਫਿਰ ਅਸੀਂ ਸਮ ਵਰਤਦੇ ਹਾਂ ਕੁਆਂਟੀਟੀ ਵਾਸਤੇ, ਤੇ ਜਦੋਂ ਨਾ ਪੱਖੀ ਹੋਵੇ ਫਿਰ ਐਨੀ ਵਰਤਦੇ ਹਾਂ। ਦੇਖੋ ਹੁਣ ਇੱਥੇ ਨੋਟ ਹੈਗਾ, ਸੋ ਮੋਹਨ ਗੇਵ ਮੀ ਸਮ ਮਿਲਕ, ਅਰਥਾਤ ਮੋਹਨ ਨੇ ਮੈਨੂੰ ਥੋੜਾ ਦੁੱਧ ਦਿੱਤਾ, ਠੀਕ ਹੈ। ਹੀ ਡਿਡ ਨੋਟ ਹੈਵ ਐਨੀ ਮਿਲਕ, ਅਰਥਾਤ ਉਹਦੇ ਕੋਲ ਦੁੱਧ ਸੀਗਾ ਹੀ ਨਹੀਂ, ਉਹਦੇ ਕੋਲ ਬਿਲਕੁਲ ਵੀ ਕੋਈ ਦੁੱਧ ਨਹੀਂ ਸੀ। ਜਦੋਂ ਇੱਦਾਂ ਕਹਿਣਾ ਹੋਵੇ ਨਹੀਂ ਸੀ ਤੇ ਫਿਰ ਆਵਾਂਗੇ, ਫਿਰ ਕਵਾਂਗੇ ਐਨੀ, ਤੇ ਜੇ ਥੋੜਾ ਜਿਹਾ ਦਿੱਤਾ ਫਿਰ ਕਵਾਂਗੇ ਸਮ। ਹਾਲਾਂਕਿ ਦੋਨੋਂ ਮਿਲਕ ਜਿਹੜੇ ਨੇ ਇਹ ਕਾਊਂਟੇਬਲ ਨਾਊਨ ਨਹੀਂ ਹੈਗੇ, ਇਹ ਕੁਆਂਟੀਟੀ ਇਹ 'ਚ ਫਿਊ ਨਹੀਂ ਵਰਤਿਆ ਜਾਂਦਾ, ਲਿਟਲ ਵਰਤਿਆ ਜਾਂਦਾ ਹੈ ਜਿੱਥੇ ਲੋੜ ਹੋਵੇ। ਤੇ ਜਦੋਂ ਇੱਦਾਂ ਕਹਿਣਾ ਹੋਵੇ ਐਫਰਮੇਟਿਵ 'ਚ ਥੋੜਾ ਦਿੱਤਾ ਤੇ ਸਮ ਕਵਾਂਗੇ, ਆਹ ਲਿਟਲ ਵੀ ਕਹਿ ਸਕਦੇ ਹਾਂ, ਪਰ ਕਿਉਂਕਿ ਸਮ ਔਰ ਐਨੀ ਦਾ ਨਿਖੇੜਾ ਕਰਨਾ ਸੀ ਇਸ ਕਰਕੇ ਉਹਨਾਂ ਨੇ ਸੈਂਟੈਂਸ ਸਿੱਧਾ ਬਣਾਏ ਨੇ। ਐਫਰਮੇਟਿਵ ਵਿੱਚ ਸਮ ਵਰਤਿਆ ਜਾਂਦਾ ਹੈ ਤੇ ਨੈਗੇਟਿਵ ਵਿੱਚ ਐਨੀ ਵਰਤਿਆ ਜਾਂਦਾ, ਠੀਕ ਹੈ। ਦੇਅਰ ਆਰ ਮੈਨੀ ਸਕੂਲਸ ਇਨ ਦਿਸ ਸਿਟੀ। ਮੈਨੀ ਉੱਥੇ ਵਰਤਿਆ ਜਾਂਦਾ ਜਿੱਥੇ ਗਿਣਤੀ ਕੀਤੀ ਜਾ ਸਕੇ, ਸਕੂਲਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ। ਮੱਚ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਗਿਣਤੀ ਨਹੀਂ ਕੀਤੀ ਜਾ ਸਕਦੀ, ਠੀਕ ਹੈ। ਮੈਨੀ ਆ ਮਤਲਬ ਵੀ ਮੈਨੀ ਹੁੰਦਾ, ਮੈਨੀ ਆ ਅਗਰ ਮੈਂ ਵਰਤਣਾ ਹੁੰਦਾ ਮੈਨੀ ਆ ਤੇ ਫਿਰ ਇੱਥੇ ਐਸ ਉੜ ਜਾਣਾ ਸੀ। ਫਿਰ ਮੈਨੀ ਆ ਤਾਂ ਵਰਤਿਆ ਜਾਂਦਾ ਹੈ ਜਦੋਂ ਨਾਊਨ ਜਿਹੜਾ ਹੈ ਉਹ ਸਿੰਗੂਲਰ ਵਰਤਿਆ ਜਾਂਦਾ, ਇਹ ਫਰਕ ਹੈ। ਅਰਥ ਵਿੱਚ ਕੋਈ ਫਰਕ ਨਹੀਂ, ਅਰਥਾਤ ਮੈਂ ਇਹ ਕਹਿ ਸਕਦਾ ਦੇਅਰ ਆਰ ਮੈਨੀ ਸਕੂਲਸ ਇਨ ਦਿਸ ਸਿਟੀ, ਇਹ ਵੀ ਕਹਿ ਸਕਦਾ, ਤੇ ਮੈਂ ਵੀ ਕਹਿ ਸਕਦਾ ਦੇਅਰ ਆਰ ਮੈਨੀ ਆ ਸਕੂਲ। ਮੈਂ ਇੱਥੇ ਏ ਪਾ ਦੇਵਾਂ ਤੇ ਐਸ ਹਟਾ ਦੇਵਾਂ ਤੇ ਫਿਰ ਵੀ ਅਰਥ ਵਿੱਚ ਕੋਈ ਫਰਕ ਨਹੀਂ ਪਏਗਾ। ਇਹ ਇੱਕੋ ਗੱਲ ਨੂੰ ਕਹਿਣ ਦੇ ਦੋ ਢੰਗ ਨੇ। ਸੋ ਦੇਅਰ ਆਰ ਮੈਨੀ ਸਕੂਲਸ ਇਨ ਦਿਸ ਸਿਟੀ, ਇੱਥੇ ਤੇ ਇਹੀ ਆਏਗਾ ਕਿਉਂਕਿ ਇੱਥੇ ਐਸ ਹੈਗਾ। ਜੇ ਇੱਥੇ ਐਸ ਨਾ ਹੁੰਦਾ ਫਿਰ ਮੈਂ ਪਾਣਾ ਸੀ ਮੈਨੀ ਆ ਸਕੂਲ ਇਨ ਦਿਸ ਸਿਟੀ, ਠੀਕ ਹੈ। ਫਿਰ ਆ ਗਿਆ ਦੀ ਰਿਚ ਸ਼ੁੱਡ ਹੈਲਪ ਦੀ ਪੂਅਰ। ਇਹ ਤੇ ਬੱਚੇ ਬੜਾ ਸੌਖਾ ਹੈ। ਜਿਹੜੇ ਅਮੀਰ ਨੇ, ਇੱਥੇ ਦੀ ਰਿਚ ਦਾ ਮਤਲਬ ਹੈਗਾ ਅਮੀਰ ਲੋਕਾਂ ਦਾ ਸਮੂਹ, ਮਤਲਬ ਕਿ ਅਸੀਂ ਇਕੱਠਵਾਚਕ ਨਾਊਨ ਹੈਗਾ ਆ, ਇਕੱਠਵਾਚਕ ਨਾਊਨ ਦੀ ਰਿਚ, ਤੇ ਦੀ ਪੂਅਰ ਜਿਹੜਾ ਹੈ ਇਕੱਠਵਾਚਕ ਨਾਊਨ ਦੂਜੇ ਪਾਸੇ ਹੈਗਾ ਦੀ ਪੂਅਰ, ਅਰਥਾਤ ਗਰੀਬਾਂ ਅਮੀਰਾਂ। ਦੀ ਰਿਚ ਸ਼ੁੱਡ ਹੈਲਪ ਦਾ ਪੂਅਰ ਦਾ ਮਤਲਬ ਹੈ ਅਮੀਰਾਂ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ, ਠੀਕ ਹੈ। ਜਦੋਂ ਬੱਚੇ ਇਹ ਨਾਊਨ ਹੁਣ ਜਿਹੜਾ ਐਡਜੈਕਟਿਵ ਹੈ ਰਿਚ ਤੇ ਪੂਅਰ, ਤੇ ਜੇ ਮੋਹਰੇ ਦੀ ਲੱਗ ਜਾਏ ਫਿਰ ਉਹ ਇਕੱਠਵਾਚਕ ਨਾਊਨ ਬਣ ਜਾਂਦਾ, ਠੀਕ ਹੈ। ਫਿਰ ਆ ਗਿਆ ਹੀ ਗੇਵ ਮੀ ਮਚ ਹੈਲਪ। ਹੁਣ ਹੈਲਪ ਜਿਹੜੀ ਹੈ ਮਦਦ, ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਮਦਦ ਕਿੰਨੀ, ਅਸੀਂ ਕਿੰਨੀ ਕਿਲੋ, ਇੱਕ ਮਦਦ, ਦੋ ਮਦਦ, ਤਿੰਨ, ਇੱਦਾਂ ਤਾਂ ਨਹੀਂ ਕਹਿ ਸਕਦੇ ਨਾ। ਸੋ ਇਸ ਕਰਕੇ ਮੈਨੀ ਨਹੀਂ ਆਏਗਾ। ਉਹਨੇ ਮੇਰੀ ਬਹੁਤ ਮਦਦ ਕੀਤੀ, ਹੀ ਗੇਵ ਮੀ ਮਚ ਹੈਲਪ, ਠੀਕ ਹੈ। ਮੈਨੀ ਆ ਮੈਨ, ਦੇਖੋ ਹੁਣ ਆ ਗਿਆ ਨਾ ਮੈਨੀ ਆ, ਹੁਣ ਤੇ ਮੈਨ ਸਿੰਗੂਲਰ ਹੈਗਾ, ਠੀਕ ਹੈ। ਮੈਨੀ ਆ ਮੈਨ ਗੋਜ਼ ਟੂ ਸੀ ਦੀ ਤਾਜ। ਇਹ ਦੇਖੋ ਹੁਣ ਵਰਬ ਵੀ ਜਿਹੜੀ ਸਿੰਗੂਲਰ ਹੈਗੀ ਹੈ, ਮੈਨੀ ਆ ਮੈਨ, ਇਹ ਵੀ ਸਿੰਗੂਲਰ ਹੈ, ਤੇ ਇਹਦੇ ਐਗਰੀਮੈਂਟ ਵਿੱਚ ਸਿੰਗੂਲਰ ਦੇ ਐਗਰੀਮੈਂਟ ਕਰਦੇ ਹੋਏ ਇਹ ਵਰਬ ਜਿਹੜੀ ਹੈ ਇਹ ਵੀ ਗੋਜ਼ ਆਈ ਹੈ, ਠੀਕ ਹੈ। ਹੁਣ ਜੇ ਤੁਸੀਂ ਮੈਨੂੰ ਪੁੱਛੋ ਕਿ ਜਿਵੇਂ ਮੈਨੀ ਵਰਤਣਾ ਹੋਵੇ, ਮੈਨੀ ਤੇ ਮੈਨੀ ਇਹ ਨਹੀਂ ਵਰਤਣਾ, ਤੇ ਫਿਰ ਮੈਂ ਕੀ ਕਰਾਂਗਾ, ਮੈਂ ਇਧਰੋਂ ਏ ਹਟਾ ਦਾਂਗਾ, ਇਹਨੂੰ ਈ ਲਾ ਦਾਂਗਾ, ਮੈਨੀ ਮੈਨ, ਤੇ ਈ ਐਸ ਇਧਰੋਂ ਹਟਾ ਦਾਂਗਾ, ਫਿਰ ਮੈਂ ਕਹੂੰਗਾ ਮੈਨੀ ਮੈਨ ਗੋ ਟੂ ਸੀ ਦੀ ਤਾਜ। ਅਰਥ ਵਿੱਚ ਕੋਈ ਫਰਕ ਨਹੀਂ। ਬਸ ਇਹ ਯਾਦ ਰੱਖਣਾ ਬੱਚਿਓ, ਜਿੱਥੇ ਮੈਨੀ ਆ ਆਏਗਾ ਉੱਥੇ ਨਾਊਨ ਵੀ ਸਿੰਗੂਲਰ ਹੋ ਜਾਏਗਾ ਤੇ ਉਹਦੀ ਵਰਬ ਵੀ ਸਿੰਗੂਲਰ ਹੋ ਜਾਏਗੀ, ਤੇ ਜੇ ਏ ਹਟਾ ਦਿਓ ਫਿਰ ਨਾਊਨ ਜਿਹੜਾ ਹੈ ਉਹ ਪਲੂਰਲ ਹੋ ਜਾਏਗਾ, ਤੇ ਜੇ ਉਹਦੇ ਐਗਰੀਮੈਂਟ ਦੀ ਜਿਹੜੀ ਵਰਬ ਹੈਗੀ ਹੈ ਉਹ ਵੀ ਪਲੂਰਲ ਹੋ ਜਾਏਗੀ। ਇਹ ਯਾਦ ਰੱਖਣਾ, ਮੈਨੀ ਤੇ ਮੈਨੀ ਏ, ਮੈਨੀ ਆ, ਇਹ ਦੋਨੋਂ ਵਰਤੇ ਜਾਂਦੇ ਨੇ, ਫਰਕ ਸਿਰਫ ਸਿੰਗੂਲਰ ਤੇ ਪਲੂਰਲ ਦਾ ਹੈ, ਅਰਥਾਂ ਵਿੱਚ ਕੋਈ ਫਰਕ ਨਹੀਂ। ਫਿਰ ਆ ਗਿਆ ਬੱਚੋ ਹੀ ਵਾਜ਼ ਦੀ ਫਸਟ, ਸੈਕਿੰਡ, ਥਰਡ, ਜਿਹੜਾ ਵੀ ਇਹਦਾ ਗਿਣਤੀ ਹੋਵੇ ਨਾ ਉਹਦੇ ਮੂਹਰੇ ਦੀ ਲੱਗਦਾ ਹਮੇਸ਼ਾ, ਠੀਕ ਹੈ। ਹੀ ਵਾਜ਼ ਦੀ ਫਸਟ ਟੂ ਰੀਚ ਦੀ ਥੀਏਟਰ, ਇੱਥੇ ਫਸਟ ਦਾ ਪਹਿਲੇ ਨੰਬਰ ਤੇ, ਅਰਥਾਤ ਉਹ ਥੀਏਟਰ ਦੇ ਸਭ ਤੋਂ ਪਹਿਲਾਂ ਪਹੁੰਚਿਆ। ਫੋਰਮੋਸਟ ਵੀ ਹੁੰਦਾ, ਭੁਲੇਖਾ ਪੈਂਦਾ, ਪਰ ਫੋਰਮੋਸਟ ਦਾ ਮਤਲਬ ਹੁੰਦਾ ਮੋਹਰੀ, ਕਿਸੇ ਕੰਮ ਵਿੱਚ ਮੋਹਰੀ, ਕਿਸੇ ਗੁਣ ਵਿੱਚ ਮੋਹਰੀ। ਹੁਣ ਕਹਿੰਦਾ ਗਾਂਧੀ ਜੀ ਵਾਜ਼ ਦੀ ਫੋਰਮੋਸਟ ਮੈਨ ਆਫ ਹਿਸ ਟਾਈਮ, ਅਰਥਾਤ ਗਾਂਧੀ ਆਪਣੇ ਸਮੇਂ ਦੇ ਸਿਖਰਲਿਆਂ
ਬੰਦਿਆਂ ਵਿੱਚੋਂ ਸੀ, ਸ਼ਿਖਰ ਲੈਵਲ ਕੰਮ ਕਰਕੇ, ਠੀਕ ਹੈ। ਸੋ ਫਸਟ ਹੁੰਦਾ ਟਾਈਮ ਦੇ ਹਿਸਾਬ ਨਾਲ ਜੋ ਪਹਿਲੇ ਪਹੁੰਚੇ ਜਾਂ ਪੋਜੀਸ਼ਨ ਦੇ ਹਿਸਾਬ ਨਾਲ ਪਹਿਲੇ ਆਵੇ ਤਾਂ ਫਸਟ ਵਰਤਦੇ ਹਾਂ। ਫੋਰਮੋਸਟ ਹੁੰਦਾ ਕੰਮ, ਗੁਣ ਜਾਂ ਕੋਈ ਹੋਰ ਖੂਬੀਆਂ ਕਰਕੇ, ਠੀਕ ਹੈ, ਜਾਂ ਮਹੱਤਤਾ ਬਾਰੇ, ਤਾਂ ਅਸੀਂ ਕਹਿੰਦੇ ਫੋਰਮੋਸਟ। ਆਈ ਹੈਵ ਫਿਊ ਫਰੈਂਡਸ ਹੇਅਰ, आई एम फुल बिकॉज क्योंकि आई एम अ कंप्लीट स्ट्रेंजर इन दिस टाउन। टाउन मैंने कस्बा या नगर, कंप्लीट स्ट्रेंजर मैंने बिल्कुल नवा, अर्थात मैं इतने नवा आया, नवा किराए ते लिया मकान, या मेरी ट्रांसफर हुई है तो या मैं नवा घर बनाया तो मैं किसी को नहीं जानता। तो जो फ्यू वर्ड है फ्यू, यह ना पक्षी के तौर पर ना मात्र, ना होया वर्गा, अर्थात आई है फ्यू फ्रेंड्स, मेरे ना होया वर्गे दोस्त ने इत्थे, अर्थात मैं इत्थे किसी को नहीं जानता, मैं मसा एक अद्धे नूं जानदा। आई हैव फ्यू फ्रेंड्स क्यों? बिकॉज आई एम अ कंप्लीट स्ट्रेंजर इन दिस टाउन, क्योंकि मैं इस इलाके विच, इस नगर विच बिल्कुल नवा हाँ। कंप्लीट स्ट्रेंजर का मतलब बिल्कुल नवा, बिल्कुल ओपरा हाँ, ठीक है। ही हैज़ रेड अ फ्यू बुक्स, अ फ्यू बुक्स हुण देखो फ्यू, अच्छा भाई जो फ्यू मैं तुहानूं दस देवां, फ्यू जिथे गिनती की जा सके उत्थे फ्यू वरत्या जाता है, जिथे गिनती ना की जा सकती उत्थे लिटल लिटल वरत्या जाता है। सो फ्रेंड्स इन्हां दी गिनती की जा सकती है, ਤੇ ਜਿੱਥੇ ਫਿਊ ਵਰਤਣਾ ਹੈ ਉੱਥੇ ਕਵਾਂਗੇ ਨਾ ਪੱਖੀ, ਵੀ ਨਾ ਮਾਤਰ, ਨਾ ਹੋਇਆਂ ਵਰਗੇ। ਆ ਫਿਊ ਮੈਨੇ ਥੋੜੇ, ਜਿਹਨੂੰ ਕਹਿੰਦੇ ਸਮ, ਜਿਵੇਂ ਕਹਾਂ ਹੀ ਹੈਜ਼ ਰੈਡ ਸਮ ਬੁੱਕਸ, ਉਹਨੇ ਕੁਝ ਕਿਤਾਬਾਂ ਪੜ੍ਹੀਆਂ ਹਨ। ਤਾਂ ਸਮ ਦਾ ਮਤਲਬ ਹੈ ਆ ਫਿਊ, ਜਾਂ ਆ ਫਿਊ ਦਾ ਮਤਲਬ ਹੈ ਸਮ। ਹੀ ਹੈਜ਼ ਰੈਡ ਆ ਫਿਊ ਬੁੱਕਸ, ਉਹਨੇ ਕੁਝ ਕਿਤਾਬਾਂ ਪੜ੍ਹੀਆਂ ਹਨ। ਇਹ ਹਾਂ ਪੱਖੀ ਹੈ, ਵੀ ਥੋੜ੍ਹੀਆਂ ਪੜ੍ਹੀਆਂ ਹਨ, ਬਹੁਤ ਜ਼ਿਆਦਾ ਨਹੀਂ ਪੜ੍ਹੀਆਂ ਪਰ ਥੋੜ੍ਹੀਆਂ ਪੜ੍ਹੀਆਂ ਹਨ। ਤੇ ਫਿਊ ਜਿੱਥੇ ਇਹ ਨਹੀਂ ਹੈਗਾ, ਨਾ ਹੋਇਆਂ ਵਰਗੇ, ਬਈ ਨਾਮ ਮਾਤਰ, ਇੱਕ ਅੱਧਾ ਹੀ, ਠੀਕ ਹੈ। ਤਕਰੀਬਨ ਤਕਰੀਬਨ ਨਾ। ਤੇ ਦੀ ਦਾ ਮਤਲਬ ਹੈਗਾ ਜਿੰਨੇ ਵੀ ਹੈਗੇ ਨੇ ਥੋੜੇ ਬਹੁਤ ਸਾਰੇ, ਦੀ ਫਿਊ ਦਾ ਮਤਲਬ ਹੈ ਸਾਰੇ। ਉਹਦਾ ਅੱਗੇ ਜ਼ਿਕਰ ਆਉਂਦਾ ਹੁੰਦਾ ਸੈਂਟੈਂਸ ਵਿੱਚ, ਦੇਖੋ ਜਿੱਦਾਂ ਹੀ ਹੈਜ਼ ਰੈਡ ਦੀ ਫਿਊ ਬੁੱਕਸ, ਹੀ ਹੈਜ਼, ਹੁਣ ਹੀ ਹੈਜ਼ ਜਿਹੜਾ ਆ ਗਿਆ ਨਾ, ਇਹਦੇ ਕਰਕੇ ਮੈਨੂੰ ਪਤਾ ਲੱਗਿਆ ਕਿ ਇੱਥੇ ਮੈਂ ਇਹ ਫਿਊ ਨਹੀਂ ਵਰਤਾਂਗਾ, ਦੀ ਫਿਊ ਵਰਤਾਂਗਾ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਤੇ ਹੀ ਹੈਜ਼ ਰੈਡ ਅ ਫਿਊ ਬੁੱਕਸ, ਉਹਨੇ ਕੁਝ ਕਿਤਾਬਾਂ ਪੜ੍ਹੀਆਂ ਹਨ। ਤੇ ਹੀ ਹੈਜ਼ ਰੈਡ ਦਾ ਫਿਊ ਬੁੱਕਸ, ਹੀ ਹੈਜ਼ ਅਰਥਾਤ ਜਿਹੜੀਆਂ ਥੋੜੀਆਂ ਬਹੁਤ ਕਿਤਾਬਾਂ ਉਹਦੇ ਕੋਲ ਹਨ ਉਹ ਸਾਰੀਆਂ ਉਹਨੇ ਪੜ੍ਹੀਆਂ ਹਨ। ਇਹਦਾ ਮਤਲਬ ਹੈ, ਹੁਣ ਫਿਰ ਧਿਆਨ ਨਾਲ ਸੁਣੋ, ਜਿਹੜਾ ਇਹ ਸੈਂਟੈਂਸ ਹੈ ਹੀ ਹੈਜ਼ ਰੈਡ ਅ ਫਿਊ ਬੁੱਕਸ, ਇਹਦਾ ਮਤਲਬ ਇਹ ਹੋਇਆ ਉਹਨੇ ਕੁਝ ਕਿਤਾਬਾਂ ਪੜ੍ਹੀਆਂ ਹਨ। ਇਹਦਾ ਮਤਲਬ ਤਾਂ ਇਹ ਹੋ ਗਿਆ। ਤੇ ਹੀ ਹੈਜ਼ ਰੈਡ ਦੀ ਫਿਊ ਬੁੱਕਸ, ਹੀ ਹੈਜ਼ ਜਿਹੜੀਆਂ ਥੋੜੀਆਂ ਬਹੁਤ ਕਿਤਾਬਾਂ ਉਹਦੇ ਕੋਲ ਹਨ ਉਹ ਸਾਰੀਆਂ ਉਹਨੇ ਪੜ੍ਹੀਆਂ ਹਨ। ਸੋ ਦੀ ਫਿਊ ਦਾ ਮਤਲਬ ਸਾਰੀਆਂ, ਪਰ ਥੋੜੀਆਂ ਜਿਹਦਾ ਜ਼ਿਕਰ ਹੈ ਉਹਦਾ ਕੋਈ ਨਾ ਕੋਈ ਨਾਲ ਹਵਾਲਾ ਦਿੱਤਾ ਹੋਏਗਾ, ਜਿੱਥੇ ਇਹਦੇ ਹਵਾਲਾ ਹੈਗਾ ਹੀ ਹੈਜ਼, ਜਿਹੜੀਆਂ ਇਹਦੇ ਕੋਲ ਹਨ, ਠੀਕ ਹੈ। ਅੱਗੇ ਚੱਲੀਏ। ਰਮੇਸ਼ ਇਜ਼ ਜੂਨੀਅਰ ਟੂ ਮੀ, ਜੂਨੀਅਰ ਦੇ ਨਾਲ ਟੂ ਆਉਂਦਾ, ਦੈਨ ਨਹੀਂ ਆਉਂਦਾ, ਯਾਦ ਰੱਖਣਾ। ਸੋ ਰਮੇਸ਼ ਇਜ਼ ਜੂਨੀਅਰ ਟੂ ਮੀ, ਰਮੇਸ਼ ਮੇਰਾ ਜੂਨੀਅਰ ਹੈ, ਅਰਥਾਤ ਉਹਦਾ ਰੈਂਕ, ਉਹਦਾ ਅਹੁਦਾ ਮੇਰੇ ਤੋਂ ਛੋਟਾ ਹੈ। ਬਟ ਹੀ ਇਜ਼ ਮਚ ਸੀਨੀਅਰ ਟੂ ਸ਼ੀਲਾ, ਪਰ ਉਹ ਸ਼ੀਲਾ ਤੋਂ ਬਹੁਤ ਸੀਨੀਅਰ ਹੈ, अर्थात मेरे तो जूनियर है पर शीला तो बहुत ज़्यादा सीनियर है। शीला तो ओहदा उपर है पर मेरे तो ओहदा छोटा है। सो जूनियर के नाल सीनियर के नाल टू वरत्या जाता, याद रखना। फिर हेल्थ इज़ प्रैफरेबल टू वेल्थ, वेल्थ मैंने पैसा, हेल्थ मैंने सेहत, अर्थात सेहत जिहड़ी है वो दौलत के मुकाबले, धन के मुकाबले ज़्यादा वधिया चीज़ है, उन्होंने तरजीह देनी चाहिए। प्रैफरेबल जिथे आवे उत्थे टू वरत्या जाता, ठीक है। रिस्पैक्ट यूअर एल्डर्स, अर्थात अपने वड्डियां दा सत्कार करो। फिर अगला आ गया करैक्ट दी फॉलोइंग सेंटेंसेस, अर्थात हेठ लिखे वाकां नूं दुरुस्त करो, इन्हां च कोई गलती है। दी पुअर्स आलवेज डिजर्व मर्सी, दी पुअर्स नहीं होंदा, दी पुअर होंदा है। सो ਜਿਹੜੀ ਬੱਚੇ ਉਹ ਗਲਤੀ ਮੈਂ ਠੀਕ ਕੀਤੀ ਹੈ ਉਹਨੂੰ ਮੈਂ ਬੋਲਡ ਕਰ ਦਿੱਤਾ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ। ਦੀ ਪੁਅਰ ਆਲਵੇਜ਼ ਡਿਜ਼ਰਵ ਮਰਸੀ, ਅਰਥਾਤ ਜਿਹੜੇ ਗਰੀਬ ਨੇ ਉਹ ਹਮੇਸ਼ਾ ਦਇਆ ਦੇ ਹੱਕਦਾਰ ਹੁੰਦੇ ਹਨ, ਤਰਸ ਦੇ ਹੱਕਦਾਰ ਹੁੰਦੇ ਹਨ। ਦੀ ਥਰੀ ਫਰੈਂਡਸ ਹੈਲਪਡ ਈਚ ਅਦਰ, ਹੁਣ ਗਲਤੀ ਕੀ ਹੈ? ਈਚ ਅਦਰ ਅਸੀਂ ਦੋ ਲਈ ਵਰਤਦੇ ਹਾਂ ਤੇ ਦੋ ਤੋਂ ਵੱਧ ਲਈ ਵਨ ਅਨਦਰ ਵਰਤਦੇ ਹਾਂ, ਇਹ ਥਰੀ ਫਰੈਂਡਸ ਹੈਗਾ। ਸੋ ਦੀ ਥਰੀ ਫਰੈਂਡਸ ਹੈਲਪਡ ਵਨ ਅਨਦਰ, ਠੀਕ ਹੈ। ਸ਼ੇਕਸਪੀਅਰ ਇਜ਼ ਗ੍ਰੇਟਰ ਦੈਨ ਐਨੀ ਡਰਾਮੈਟਿਸਟ, ਡਰਾਮੈਟਿਸਟ ਹੁੰਦਾ ਆਪਣਾ ਕੀ ਕਹਿੰਦੇ ਡਰਾਮੇ ਖੇਡਣ ਵਾਲਾ, ਡਰਾਮੇ ਲਿਖਣ ਵਾਲਾ। ਹੁਣ ਬੱਚਿਓ ਇਹਦੇ ਵਿੱਚ ਗਲਤੀ ਕੋਈ ਨਹੀਂ ਹੈਗੀ। ਸ਼ੇਕਸਪੀਅਰ ਇਜ਼ ਗ੍ਰੇਟਰ ਦੈਨ ਐਨੀ ਡਰਾਮੈਟਿਸਟ, ਐਨੀ ਅਦਰ ਡਰਾਮੈਟਿਸਟ ਹੋਣਾ ਸੀਗਾ। ਸੋ ਅਸੀਂ ਇਹਨੂੰ ਕਰ ਦਿੱਤਾ ਸ਼ੇਕਸਪੀਅਰ ਇਜ਼ ਦੀ ਗ੍ਰੇਟੈਸਟ ਡਰਾਮੈਟਿਸਟ,
ठीक है, क्योंकि शेक्सपीयर ਨੂੰ ਗ੍ਰੇਟੈਸਟ ਮੰਨਿਆ ਜਾਂਦਾ। ਇਹ ਤੱਥ ਹੈ, ਗ੍ਰਾਮਰ ਦੇ ਤੌਰ ਤੇ ਮੈਨੂੰ ਲੱਗਦਾ ਇਹ 'ਚ ਕੋਈ ਗਲਤੀ ਨਹੀਂ ਹੈਗੀ, ਗ੍ਰਾਮਰ ਦੇ ਤੌਰ ਤੇ ਸੈਂਟੈਂਸ ਕੋਈ ਗਲਤੀ ਨਹੀਂ ਹੈਗੀ, ਪਰ ਕਿਉਂਕਿ ਇਹ ਤੱਥਾਂ ਤੋਂ ਅਲੱਗ ਹੈਗਾ ਇਸ ਕਰਕੇ ਮੈਂ ਇੱਥੇ ਲਿਖ ਦਿੱਤਾ। ਹੁਣ ਮੈਨੂੰ ਪਤਾ ਨਹੀਂ ਕਿਤਾਬਾਂ, ਤੁਹਾਡੀ ਕਿਤਾਬਾਂ 'ਚ ਨਾ ਮਿਸਪ੍ਰਿੰਟਿੰਗ ਵੀ ਬੜੀ ਹੈਗੀ ਹੈ। ਸੋ ਸ਼ੇਕਸਪੀਅਰ ਇਜ਼ ਦੀ ਗ੍ਰੇਟੈਸਟ ਡਰਾਮੈਟਿਸਟ, ਉਹ ਸਭ ਤੋਂ ਵੱਡਾ ਡਰਾਮੇ ਲਿਖਣ ਵਾਲਾ ਹੈ। देयर वर नो लैस दैन 50 पर्सनस ਪ੍ਰੈਜ਼ੈਂਟ। ਹੁਣ ਦੇਖੋ ਲੈਸ ਨਹੀਂ ਹੈਗਾ ਬੱਚਿਓ, ਲੈਸ ਉੱਥੇ ਵਰਤਿਆ ਜਾਂਦਾ ਜਿੱਥੇ ਕੁਆਂਟੀਟੀ ਹੋਵੇ, ਜਿੱਥੇ ਗਿਣੀ ਨਾ ਜਾ ਸਕੇ ਗੱਲ, ਪਰ ਪਰਸਨਸ ਜਿਹੜੇ ਨੇ, ਬੰਦੇ ਨੇ, ਉਹਨੂੰ ਗਿਣਿਆ ਜਾ ਸਕਦਾ ਹੈ। ਸੋ ਇਸ ਕਰਕੇ ਨੋ ਲੈਸ ਨਹੀਂ ਵਰਤਾਂਗੇ, ਨੋ ਫੀਵਰ ਵਰਤਾਂਗੇ। देयर वर नो ਫੀਵਰ दैन 50 पर्सनस ਪ੍ਰੈਜ਼ੈਂਟ, ਅਰਥਾਤ 50 ਤੋਂ ਘੱਟ ਬੰਦੇ ਹਾਜ਼ਰ ਨਹੀਂ ਸੀ, ਮਤਲਬ ਘੱਟ ਤੋਂ ਘੱਟ 50 ਸੀਗੇ। ਠੀਕ ਹੈ, ਇਹਦਾ ਮਤਲਬ ਹੈ ਐਵਰੀ ਆਫ ਦੀ 2 ਫਰੈਂਡਸ ਇਜ਼ ਇਲ। ਅਸੀਂ ਜਿੱਥੇ 2 ਜਾਣੇ ਹੋਣ ਉੱਥੇ ਅਸੀਂ ਈਚ ਵਰਤਦੇ ਹਾਂ। ਈਚ 2 ਤੋਂ 2 ਲਈ ਜਾਂ 2 ਤੋਂ ਜ਼ਿਆਦਾ ਲਈ ਵਰਤਿਆ ਜਾਂਦਾ ਹੈ। ਐਵਰੀ ਜਿਹੜਾ ਹੈ ਉਹ 2 ਤੋਂ ਜ਼ਿਆਦਾ ਲਈ ਵਰਤਿਆ ਜਾਂਦਾ ਹੈ। ਈਚ ਜਿਹੜਾ ਹੈ 2 ਲਈ ਵੀ ਤੇ 2 ਤੋਂ ਜ਼ਿਆਦਾ ਲਈ ਵੀ, ਐਵਰੀ ਹਮੇਸ਼ਾ 2 ਤੋਂ ਜ਼ਿਆਦਾ ਲਈ। ਸੋ ਇੱਥੇ 2 ਦੀ ਗੱਲ ਹੈ। ਸੋ ਈਚ ਆਫ ਦੀ 2 ਫਰੈਂਡਸ ਇਜ਼ ਇਲ, ਅਰਥਾਤ ਦੋਨੋਂ ਦੋਸਤ ਬਿਮਾਰ ਹਨ। ਫਿਰ ਆ ਗਿਆ ਆਇਰਨ ਇਜ਼ ਮੋਰ ਯੂਜ਼ਫੁਲ ਦੈਨ ਐਨੀ ਮੈਟਲ। ਹੁਣ ਇਹ 'ਚ ਬੱਚੇ ਮੈਨੂੰ ਕੋਈ ਗਲਤੀ ਨਹੀਂ ਲੱਗੀ ਤੇ ਇਹਨੂੰ ਮੈਂ ਠੀਕ ਕਰ ਦਿੱਤਾ। ਤੇ ਹੁਣ ਪਤਾ ਨਹੀਂ ਇਹਨਾਂ ਨੇ ਇਹ ਸੈਂਟੈਂਸ ਬਿਲਕੁਲ ਠੀਕ ਹੈਗਾ। ਆਇਰਨ ਇਜ਼ ਮੋਰ ਯੂਜ਼ਫੁਲ ਦੈਨ ਐਨੀ ਮੈਟਲ, ਅਰਥਾਤ ਜਿਹੜਾ ਲੋਹਾ ਹੈ ਬਾਕੀ ਕਿਸੇ ਵੀ ਧਾਤ ਨਾਲੋਂ ਜ਼ਿਆਦਾ ਵੱਧ ਫਾਇਦੇਮੰਦ ਹੈ, ਲਾਹੇਵੰਦ ਹੈ। ਠੀਕ ਹੈ, ਸੋ ਇਹ 'ਚ ਮੈਨੂੰ ਕੋਈ ਗਲਤੀ ਨਹੀਂ ਲੱਗੀ। ਇੱਥੇ ਮੋਰ ਯੂਜ਼ਫੁਲ ਠੀਕ ਹੈਗਾ, ਕੰਪੈਰੇਟਿਵ ਹੈਗਾ ਤੇ ਦੈਨ ਹੈਗਾ। ਠੀਕ ਹੈ, ਮਾਈ ਹੈਟ ਇਜ਼ ਮੋਰ ਸੁਪੀਰੀਅਰ ਦੈਨ ਯੂਅਰਸ। ਸੁਪੀਰੀਅਰ ਵੀ ਵਰਤਣਾ ਤੇ ਮੋਰ ਵੀ ਵਰਤਣਾ ਇਹ ਗਲਤ ਹੈਗਾ, ਨਾਲੇ ਸੁਪੀਰੀਅਰ ਦੇ ਨਾਲ ਦੈਨ ਨਹੀਂ ਆਉਂਦਾ। ਸੋ ਮਾਈ ਹੈਟ ਇਜ਼ ਸੁਪੀਰੀਅਰ ਟੂ ਯੂਅਰਸ, ਮੇਰਾ ਟੋਪ ਤੇਰੇ ਨਾਲੋਂ ਜ਼ਿਆਦਾ ਵਧੀਆ ਹੈ। ਦੀ 3 ਬ੍ਰਦਰਸ ਅੰਡਰਸਟੈਂਡ ਈਚ ਅਦਰ ਵੈਲ। ਈਚ ਅਦਰ ਨਹੀਂ ਆਏਗਾ, ਈਚ ਅਦਰ 2 ਲਈ ਆਉਂਦਾ ਹੈ ਕਿਉਂਕਿ 3 ਭਰਾ ਨੇ। ਸੋ ਦੀ 3 ਬ੍ਰਦਰਸ ਅੰਡਰਸਟੈਂਡ ਵਨ ਅਨਦਰ ਵੈਲ। ਠੀਕ ਹੈ, ਹੀ ਇਜ਼ ਦੀ ਬੈਸਟ ਬॉय ਇਨ ਦੀ ਕਲਾਸ। ਇਸ ਸੈਂਟੈਂਸ ਵਿੱਚ ਵੀ ਮੈਨੂੰ ਕੋਈ ਗਲਤੀ ਨਹੀਂ ਲੱਗ ਰਹੀ। ਬੈਸਟ ਸੁਪਰਲੇਟਿਵ ਹੈਗਾ, ਮੋਰੇ ਦੀ ਵੀ ਲੱਗਾ ਹੋਇਆ, ਅਰਥਾਤ ਹੀ ਇਜ਼ ਦੀ ਬੈਸਟ ਬॉय ਇਨ ਦੀ ਕਲਾਸ, ਅਰਥਾਤ ਉਹ ਕਲਾਸ ਵਿੱਚੋਂ ਸਭ ਤੋਂ ਵਧੀਆ ਮੁੰਡਾ ਹੈ। ਸੋ ਇਹਦੇ ਵਿੱਚ ਮੈਨੂੰ ਕੋਈ ਗਲਤੀ ਨਹੀਂ ਲੱਗੀ, ਮੈਂ ਇੱਥੇ ਫਿਲ ਇਨ ਦੀ ਬਲੈਂਕ ਮਤਲਬ ਖਾਲੀ ਥਾਂ ਛੱਡ ਦਿੱਤੀ ਹੈ। ਇਹ ਵੀ ਠੀਕ ਲੱਗ ਰਿਹਾ ਸੀ ਮੈਨੂੰ। ਠੀਕ ਹੈ, ਦੀ ਹਾਇਰ ਯੂ ਗੋ ਦੀ ਕੂਲੈਸਟ ਇਟ ਇਜ਼। ਇਹ ਗਲਤ ਹੈ ਬੱਚਿਓ। ਹਮੇਸ਼ਾ ਜਦੋਂ ਇੱਦਾਂ ਦੇ ਸੈਂਟੈਂਸ ਹੋਣ ਜਿਹਦਾ ਦੀ ਸੂਨਰ ਦੀ ਬੈਟਰ, ਠੀਕ ਹੈ, ਦੀ ਸੂਨਰ ਦੀ ਬੈਟਰ, ਤੇ ਦੀ ਹਾਇਰ ਯੂ ਗੋ ਦਾ ਕੂਲਰ ਇਟ ਇਜ਼, ਅਰਥਾਤ ਜਿੰਨਾ ਉੱਚੇ ਤੁਸੀਂ ਪਹਾੜ ਤੇ ਜਾਂਦੇ ਹੋ, ਜਿੰਨਾ ਉੱਚਾ ਉਚਾਈ ਤੇ ਜਾਂਦੇ ਹੋ, ਉਨਾ ਠੰਡਾ ਹੁੰਦਾ ਜਾਂਦਾ ਹੈ। ਸੋ ਜਦੋਂ ਇੱਦਾਂ ਹੋਵੇ ਤੇ ਅਸੀਂ ਇਹ ਨਹੀਂ ਲਿਖਦੇ ਦੀ ਹਾਇਰ ਯੂ ਗੋ ਦੀ ਕੂਲੈਸਟ ਇਟ ਇਜ਼, ਇੱਦਾਂ ਨਹੀਂ ਹੁੰਦਾ। ਕੂਲਰ ਭਾਵੇਂ ਸੁਪਰਲੇਟਿਵ ਹੈਗਾ ਪਰ ਉਹਦੇ ਮੂਹਰੇ ਦੀ ਆਉਂਦਾ ਹੈ। ਇਹ ਕੁਝ ਖਾਸ ਅਪਵਾਦ ਨੇ, ਐਕਸੈਪਸ਼ਨਸ ਨੇ ਅੰਗਰੇਜ਼ੀ ਬੋਲੀ ਦੇ। ਦੂਜੀ ਬੋਲੀਆਂ 'ਚ ਵੀ ਇੱਦਾਂ ਦੇ ਅਪਵਾਦ ਹੁੰਦੇ ਨੇ, ਤੇ ਯਾਦ ਰੱਖਣਾ ਜਦੋਂ ਇੱਦਾਂ 2 ਸੁਪਰਲੇਟਿਵ ਹੋਣ, ਇੱਕ ਦੂਜੇ ਨਾਲ ਕਨੈਕਟਡ ਹੋਣ, ਜਿੱਦਾਂ ਦੀ ਸੂਨਰ ਦੀ ਬੈਟਰ, ਠੀਕ ਹੈ, ਜਾਂ ਫਿਰ ਅਸੀਂ ਕਹੀਏ ਦੀ ਹੈਲਦੀਅਰ ਦੀ ਫਾਸਟਰ, ਅਰਥਾਤ ਜੋ ਜਿੰਨਾ ਸਿਹਤਮੰਦ ਹੋਏਗਾ ਉਨਾ ਛੇਤੀ ਪਹੁੰਚ ਜਾਏਗਾ। ਠੀਕ ਹੈ, ਸੋ ਦੀ ਹਾਇਰ ਯੂ ਗੋ ਦਾ ਕੂਲਰ ਇਟ ਇਜ਼। ਕੂਲੈਸਟ ਗਲਤ ਹੈਗਾ ਬਿਲਕੁਲ। ਸੋ ਇਹ ਤੇ ਯਾਦ ਰੱਖ ਲਓ, ਇਹਨੂੰ ਕੰਠ ਕਰ ਲਓ ਚੰਗੀ ਤਰ੍ਹਾਂ। ਸੋ ਬੱਚਿਓ ਬੜੀ ਵਧੀਆ ਐਕਸਰਸਾਈਜ਼ ਸੀਗੀਆਂ ਇਹ। ਤੁਹਾਡੀ ਅੰਗਰੇਜ਼ੀ ਲਿਖਣੀ, ਬੋਲਣੀ, ਪੜ੍ਹਨੀ, ਸਮਝਣੀ ਸਾਰਿਆਂ ਦਾ ਬੜਾ ਵਧੀਆ ਤਜਰਬਾ ਹੋ ਜਾਏਗਾ। ਇਹ ਸਾਰੇ ਸੈਂਟੈਂਸਿਸ ਨੂੰ ਤੁਸੀਂ ਨੋਟ ਡਾਊਨ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਕੰਠ ਕਰ ਲਓ, ਤੇ ਜਿਹੜੀਆਂ ਮੈਂ ਤੁਹਾਡੇ ਲਈ ਸੋਲੂਸ਼ਨਸ ਹੱਲ ਕੀਤੇ ਨੇ ਇਹਨਾਂ ਨੂੰ ਜ਼ਰੂਰ ਤੁਸੀਂ ਬਿਨਾਂ ਦੇਖੇ ਆਪਣੇ ਆਪ ਕਰਨਾ ਹੈ ਤੇ ਆਪਣੇ ਆਨਸਰਸ ਦਾ ਮਿਲਾਨ ਕਰਨਾ ਹੈ। ਸੋ ਇਸੇ ਤਰ੍ਹਾਂ ਮਨ ਲਗਾ ਕੇ ਤੇ ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।